ਜਦੋਂ ਵੀ ਕਿਸੇ ਲੇਖਕ ਨੂੰ ਜਾਂ ਰਚਨਾ ਨੂੰ ਇਨਾਮ ਮਿਲਦਾ ਹੈ ਤਾਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ, ਪਰ ਅੱਜ ਗੱਲਾਂ ਨਹੀਂ, ਗੱਲ ਹੋਏਗੀ। ਤੇ ਗੱਲ ਹੋਏਗੀ ਉਸ ਬੰਦੇ ਦੀ, ਉਸ ਰਚਨਾ ਦੀ ਜਿਸ ਦੀ ਕਦੀ ਕਿਸੇ ਨੇ ਗੱਲ ਨਹੀਂ ਕੀਤੀ। ਇਹ ਗੱਲ ਹੋਰ ਵੀ ਬਹੁਤ ਜ਼ਰੂਰੀ ਹੈ ਜਿਹੜੀ ਇੱਥੇ ਦੱਸਣੀ ਬਣਦੀ ਹੈ ਕਿ ਕੋਈ ਵੀ ਰਚਨਾਕਾਰ ਜਦੋਂ ਰਚਨਾ ਕਰਦਾ ਹੈ, ਰਚਨਾ ਰਚਦਾ ਹੈ, ਉਹ ਜਾਂ ਕਵੀ ਹੋਵੇ ਜਾਂ ਕਹਾਣੀਕਾਰ ਹੋਵੇ, ਤੇ ਜਦੋਂ ਉਸ ਦੀ ਰਚਨਾ ਪਾਠਕਾਂ ਨੂੰ ਬਹੁਤ ਪਸੰਦ ਆਉਂਦੀ ਹੈ ਤਾਂ ਪਾਠਕ ਉਸ ਵੇਲੇ ਹੈਰਾਨ ਹੀ ਨਹੀਂ, ਪਰੇਸ਼ਾਨ ਵੀ ਹੋ ਜਾਂਦੇ ਹਨ ਕਿ ਰਚਨਾ ਕੋਈ ਹੋਰ ਦੀ ਪਸੰਦ ਕੀਤੀ ਜਾਂਦੀ ਹੈ ਤੇ ਕਿਤਾਬ ਕਿਸੇ ਹੋਰ ਦੀ ਨੂੰ ਇਨਾਮ ਮਿਲ ਜਾਂਦਾ ਹੈ। ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਸਾਹਿਤ ਦੇ ਵਿੱਚ, ਖਾਸ ਕਰਕੇ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਸਾਰੇ ਵਕਾਰੀ ਇਨਾਮ ਸਨਮਾਨ ਜਿਹੜੇ ਉਹ ਹਮੇਸ਼ਾ ਸਵਾਲਾਂ ਦੇ ਘੇਰੇ ਦੇ ਵਿੱਚ ਰਹਿੰਦੇ ਨੇ। ਪਰੰਤੂ ਅੱਜ ਜਿਸ ਲੇਖਕ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਚੁੱਪਚਾਪ ਲਿਖੀ ਜਾਣ ਵਾਲਾ ਲੇਖਕ ਹੈ। ਉਸ ਦੇ ਕੋਲ ਕੋਈ ਇਹੋ ਜਿਹੀ ਸਿਫਾਰਿਸ਼ ਵੀ ਨਹੀਂ ਹੈ, ਇਹੋ ਜਿਹੀ ਫਰਮਾਇਸ਼ ਵੀ ਨਹੀਂ ਹੈ ਤੇ ਨਾ ਹੀ ਕੋਈ ਜੁਗਾੜ ਹੈ ਜਿਸ ਦੇ ਨਾਲ ਉਹ ਕੋਈ ਇਨਾਮ ਪ੍ਰਾਪਤ ਕਰਨ ਦੀ ਆਸ ਰੱਖੇ। ਅਸੀਂ ਗੱਲ ਕਰ ਰਹੇ ਹਾਂ ਜੀ ਬਿੰਦਰ ਬਸਰਾ ਦੀ। ਬਿੰਦਰ ਬਸਰਾ ਦੀ ਕਹਾਣੀ ਨੂੰ 2019 ਦੀ ਸਰਵੋਤਮ ਕਹਾਣੀ ਦੇ ਤੌਰ ਤੇ ਉਸ ਨੂੰ ਇਸ ਇਨਾਮ ਵਾਸਤੇ ਚੁਣਿਆ ਗਿਆ ਹੈ। ਅਸੀਂ ਉਸ ਨੂੰ ਤਾਂ ਵਧਾਈ ਦਿੰਦੇ ਹੀ ਹਾਂ ਤੇ ਨਾਲ ਦੀ ਨਾਲ ਅਸੀਂ ਚੋਣਕਰਤਾ ਕਮੇਟੀ ਨੂੰ ਵੀ ਬਹੁਤ ਵਧਾਈ ਦਿੰਦੇ ਹਾਂ। ਆਓ ਦੋਸਤੋ, ਬਿੰਦਰ ਬਸਰਾ ਦੀ ਕਹਾਣੀ ਦੇ ਬਾਰੇ, ਉਸ ਦੇ ਇਨਾਮ ਦੇ ਬਾਰੇ ਅਸੀਂ ਵਿਸ਼ੇਸ਼ ਤੌਰ ਤੇ ਜਿਨ੍ਹਾਂ ਦੋਸਤਾਂ ਦੇ ਨਾਲ ਗੱਲ ਕੀਤੀ ਹੈ ਉਹਨਾਂ ਦੀਆਂ ਆਪਾਂ ਗੱਲਾਂ ਸੁਣੀਏ। ਬਿੰਦਰ ਬਸਰਾ ਦੀ ਕਹਾਣੀ ਕੱਲ੍ਹ ਵੀ ਆਉਣਾ ਹੈ, ਜਿਹਨੂੰ ਇਸ ਵਾਰ ਜਿਊਰੀ ਨੇ 2019 ਦੀ ਬਿਹਤਰੀਨ ਕਹਾਣੀ ਚੁਣਿਆ ਹੈ। ਇਹ ਇਸ ਗੱਲੋਂ ਮੈਨੂੰ ਬੜੀ ਮਹੱਤਵਪੂਰਨ ਕਹਾਣੀ ਜਾਪਦੀ ਹੈ ਕਿ ਜਿਸ ਗੱਲ ਕਰਕੇ ਅਸੀਂ ਕੈਟੇਗਰੀ ਸ਼ਾਰਟ ਸਟੋਰੀ ਜਾਂ ਨਿੱਕੀ ਕਹਾਣੀ ਆਖਦੇ ਹਾਂ ਕਹਾਣੀ ਨੂੰ, ਇਹ ਉਸ ਰਵਾਇਤ ਨੂੰ ਮੁੜ ਤੋਂ ਚੇਤੇ ਕਰਾਉਣ ਵਾਲੀ ਕਹਾਣੀ ਹੈ। ਪਿਛਲੇ ਕੁਝ ਸਮੇਂ ਤੋਂ ਬਹੁਤ ਲੰਮੀਆਂ ਕਹਾਣੀਆਂ ਲਿਖਣ ਦਾ ਰਿਵਾਜ ਹੁੰਦਾ ਜਾ ਰਿਹਾ ਹੈ ਔਰ ਜਿਹੜੀ ਇੱਕੋ ਗੱਲ 'ਤੇ ਫੋਕਸ ਕਰਕੇ ਇੱਕ ਖਾਸ ਸਮੇਂ ਜਾਂ ਇੱਕ ਖਾਸ ਕੈਫੀਅਤ ਨੂੰ ਚਿਤਾਰਨ ਵਾਲੀ ਕਹਾਣੀ ਹੈ, ਉਹ ਹੌਲੀ ਹੌਲੀ ਲੁਪਤ ਹੁੰਦੀ ਜਾ ਰਹੀ ਹੈ। ਅਤੇ ਮੈਨੂੰ ਜਾਪਦਾ ਹੈ ਕਿ ਇਸ ਗੱਲੋਂ ਬੜੀ ਮਹੱਤਵਪੂਰਨ ਕਹਾਣੀ ਹੈ ਕਿ ਅੱਜ ਦੇ ਇਸ ਲੰਮੀ ਕਹਾਣੀ ਦੇ ਦੌਰ ਵਿੱਚ ਜਾਂ ਲੰਮੀ ਲਿਖੀ ਜਾਣ ਵਾਲੀ ਕਹਾਣੀ ਦੇ ਦੌਰ ਵਿੱਚ ਬਿੰਦਰ ਨੇ ਅਜੋਕੇ ਹੀ ਦੌਰ ਨੂੰ ਚਿਤਰਨ ਵਾਲੀ ਇੱਕ ਬੜੀ ਖੂਬਸੂਰਤ ਕਹਾਣੀ ਲਿਖੀ ਹੈ ਔਰ ਇਹਦੇ ਲਈ ਬਿੰਦਰ ਉਰੀ ਮੁਬਾਰਕਬਾਦ ਦੇ ਹੱਕਦਾਰ ਨੇ। ਸਨਮਾਨ ਉਹਨਾਂ ਨੂੰ ਜਿਹੜਾ ਦਿੱਤਾ ਗਿਆ ਉਹ ਜਿਊਰੀ ਵੱਲੋਂ ਦਿੱਤਾ ਹੀ ਇਸ ਲਈ ਗਿਆ ਹੈ ਕਿਉਂਕਿ ਉਹਨਾਂ ਦੀ ਕਹਾਣੀ ਜਿਹੜੇ ਮਾਪਦੰਡ ਜਿਊਰੀ ਦੇ ਸਾਹਮਣੇ ਸਨ ਉਹਨਾਂ ਉੱਤੇ ਬਿਲਕੁਲ ਖਰੀ ਉਤਰਦੀ ਸੀ। ਅਤੇ ਰਹੀ ਗੱਲ ਇਸ ਇਨਾਮ ਬਾਰੇ, ਜਦੋਂ ਅਸੀਂ ਉਰਮਿਲਾ ਆਨੰਦ ਜੀ ਦੀ ਯਾਦ ਵਿੱਚ ਇਨਾਮ ਰੱਖਣ ਦਾ ਬਿਹਤਰੀਨ ਕਹਾਣੀ ਸਾਲ ਦੀ ਵਾਸਤੇ ਫੈਸਲਾ ਕੀਤਾ ਸੀ, ਸਾਡੇ ਮਨ 'ਚ ਇੱਕੋ ਹੀ ਗੱਲ ਸੀ ਕਿ ਇਹ ਕਿਸੇ ਵੀ ਕਿਸਮ ਦੀ ਜੁਗਾੜਬੰਦੀ ਤੋਂ ਉੱਪਰ ਉੱਠ ਕੇ ਹੋਵੇ ਇਨਾਮ, ਕਿਉਂਕਿ ਪੰਜਾਬੀ ਦੇ ਵਿੱਚ ਸਾਰਿਆਂ ਨੂੰ ਇਹ ਗਿਲਾ ਰਹਿੰਦਾ ਕਿ ਲੋਕ ਆਪਣੇ ਦੋਸਤਾਂ, ਮਿੱਤਰਾਂ, ਜਾਣੂਆਂ ਨੂੰ ਹੀ ਅਵਾਰਡ ਦਿੰਦੇ ਨੇ ਜਾਂ ਫਿਰ ਜਿਹਨੂੰ ਕਹਿੰਦੇ ਨੇ ਕੁਝ ਨਾ ਕੁਝ ਜੁਗਾੜਬੰਦੀਆਂ ਹੁੰਦੀਆਂ ਰਹਿੰਦੀਆਂ ਨੇ। ਸਾਡੇ ਸਾਹਮਣੇ ਸੀਗਾ ਕਿ ਜੁਗਾੜਬੰਦੀਆਂ ਤਾਂ ਇੱਕ ਪਾਸੇ ਰਹੀਆਂ, ਇਹ ਵੀ ਨਾ ਹੋਵੇ ਕਿ ਸਾਡੀ ਆਪਣੀ ਖਾਸ ਕਿਸਮ ਦੀ ਜਿਹੜੀ ਬਿਰਤੀ ਹੈ ਉਹ ਚੋਣ ਵੇਲੇ ਹਾਵੀ ਹੋ ਜਾਏ। ਇਹਦੇ ਲਈ ਅਸੀਂ ਇਸ ਗੱਲ ਤੋਂ ਬਚਣ ਲਈ, ਬਲਕਿ ਕਹੋ ਅਸੀਂ ਇਸ ਚੋਣ ਪ੍ਰਕਿਰਿਆ ਨੂੰ 2 ਹਿੱਸਿਆਂ 'ਚ ਵੰਡਿਆ ਹੋਇਆ ਹੈ। ਪਹਿਲਾ ਹਿੱਸਾ ਹੈ ਕਿ ਅਸੀਂ ਹਰ ਸਾਲ 7 ਲੋਕਾਂ ਨੂੰ, ਜਿਹੜੇ ਕਿ ਪੰਜਾਬੀ ਦੇ ਲੇਖਕ ਵੀ ਨੇ, ਉਹਨਾਂ 'ਚੋਂ ਕੁਝ ਜਣੇ ਲੇਖਕ ਹੁੰਦੇ ਨੇ, ਕੁਝ ਆਲੋਚਕ ਹੁੰਦੇ ਨੇ, ਮੰਨੇ ਪਰਮੰਨੇ ਨਾਂ ਨੇ, ਉਹਨਾਂ ਨੂੰ ਆਖਦੇ ਹਾਂ ਕਿ ਸਾਰਾ ਸਾਲ ਕਹਾਣੀਆਂ ਇੰਝ ਧਿਆਨ ਨਾਲ ਪੜ੍ਹਨਾ ਕਿ ਸਾਨੂੰ ਸਾਲ ਦੇ ਅਖੀਰ 'ਤੇ ਆਪਣੀ ਚੋਣ ਦੀਆਂ 2-2 ਕਹਾਣੀਆਂ ਭੇਜ ਸਕੋ। ਉਹ ਜਦੋਂ ਕਹਾਣੀਆਂ ਸਾਡੇ ਕੋਲ ਆ ਜਾਂਦੀਆਂ ਨੇ ਫਿਰ ਬਿਲਕੁਲ ਵੱਖਰੀ 5 ਜਣਿਆਂ ਦੀ ਜਿਊਰੀ ਜਿਹੜੀ ਹੈ ਰਲ ਕੇ ਉਹਨਾਂ ਹੀ ਕਹਾਣੀਆਂ ਨੂੰ ਵਿਚਾਰਦੀ ਹੈ, ਆਪਣੀ ਪਸੰਦ ਦੀਆਂ ਨਹੀਂ, ਜਿਹੜੀਆਂ ਕਿ ਉਹਨਾਂ ਦੇ ਕੋਲ ਪਹਿਲਾਂ ਫਿਲਟਰ ਹੋ ਕੇ ਪਹੁੰਚ ਚੁੱਕੀਆਂ ਨੇ। ਫਿਰ ਉਹਨਾਂ ਕਹਾਣੀਆਂ ਦੇ ਉੱਤੇ ਭਖਵੀਂ ਬਹਿਸ ਹੁੰਦੀ ਹੈ ਅਤੇ ਫਿਰ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਇਹਨਾਂ 'ਚੋਂ ਕਿਹੜੀ ਕਹਾਣੀ ਜਿਹੜੀ ਹੈ ਉਹ ਅਸੀਂ ਸਮਝਦੇ ਹਾਂ ਬਈ ਇਹ ਇਸ ਸਾਲ ਦੇ ਬਿਹਤਰੀਨ ਕਹਾਣੀ ਕਹਿਲਾਉਣ ਦੇ ਜਾਂ ਸਨਮਾਨ ਪ੍ਰਾਪਤ ਕਰਨ ਦੇ ਯੋਗ ਹੈ। ਹੁਣ ਇਹਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਜਿਹੜੀਆਂ ਬਾਕੀ ਚੁਣੀਆਂ ਗਈਆਂ ਕਹਾਣੀਆਂ ਨੇ ਉਹ ਕੋਈ ਚੰਗੀਆਂ ਨਹੀਂ ਨੇ ਜਾਂ ਘੱਟ ਨੇ ਕਿਸੇ ਗੱਲੋਂ। ਸਿਰਫ ਇਹ ਹੈ ਕਿ ਉਹਨਾਂ ਕਹਾਣੀਆਂ ਦੇ ਵਿੱਚੋਂ
ਜਦੋਂ ਕਿ ਨਿੱਤਰ ਕੇ ਕਿਸੇ ਕਹਾਣੀ ਨੂੰ ਸਾਹਮਣੇ ਆਉਣਾ ਹੁੰਦਾ ਤੇ ਕੁਝ ਮਾਪਦੰਡ ਜਿਹੜੇ ਜਿਊਰੀ ਦੇ ਹੁੰਦੇ ਨੇ ਉਹ ਉਹਨਾਂ ਨੂੰ ਵਰਤਦੀ ਏ। ਤੇ ਸਾਡੀ ਕੋਸ਼ਿਸ਼ ਅੱਗੋਂ ਵੀ ਇਹੀ ਰਹੇਗੀ ਕਿ ਅਸੀਂ ਪੰਜਾਬੀ ਕਹਾਣੀ ਦੇ ਵਿੱਚ ਜੋ ਵੀ ਚੰਗੀਆਂ ਕਹਾਣੀਆਂ ਸਾਲ ਦੇ ਦੌਰਾਨ ਛਪਦੀਆਂ ਉਹਨਾਂ ਦੀ ਨਿਸ਼ਾਨਦੇਹੀ ਕਰਨ ਵਿੱਚ ਕਾਮਯਾਬ ਰਹੀਏ। ਮੈਂ ਬਿੰਦਰ ਜੀ ਨੂੰ ਇੱਕ ਵਾਰ ਫਿਰ ਮੁਬਾਰਕਬਾਦ ਦਿੰਦਾ ਇੰਨੀ ਖੂਬਸੂਰਤ ਨਿੱਕੀ ਕਹਾਣੀ ਲਿਖਣ ਲਈ। ਬਿੰਦਰ ਬਸਰਾ ਹੋਰਾਂ ਦੀ ਕਹਾਣੀ ਕੱਲ ਵੀ ਆਉਣਾ ਹੈ। ਉਹਨੂੰ ਸਾਡੇ ਅਗਾਂਹਵਧੂ ਮਰਹੂਮ ਬੀਬੀ ਉਰਮਿਲਾ ਆਨੰਦ ਜੀ ਦੀ ਯਾਦ 'ਚ ਦਿੱਤਾ ਜਾਣ ਵਾਲਾ ਸਾਲਾਨਾ ਪੁਰਸਕਾਰ 2019 ਸਾਲ ਵਾਸਤੇ ਦਿੱਤਾ ਗਿਆ ਹੈ। ਪੁਰਸਕਾਰ ਲਈ ਕਹਾਣੀ ਦੀ ਚੋਣ 2019 'ਚ ਜਿਹੜੀਆਂ ਕਹਾਣੀਆਂ ਪੰਜਾਬੀ ਦੇ ਵੱਖ-ਵੱਖ ਮੈਗਜ਼ੀਨਾਂ 'ਚ ਛਪੀਆਂ ਬਹੁਤ ਉਮਦਾ ਕਹਾਣੀਆਂ ਆਈਆਂ, ਪਰ ਉਹਨਾਂ ਦੇ ਵਿੱਚੋਂ ਜਿਊਰੀ ਨੇ ਬਿੰਦਰ ਬਸਰਾ ਦੀ ਇਹ ਕਹਾਣੀ ਕੱਲ ਵੀ ਆਉਣਾ ਹੈ ਉਹਨੂੰ ਚੁਣਿਆ ਹੈ। ਇਸ ਕਹਾਣੀ ਦੇ ਬਹਾਨੇ ਬਿੰਦਰ ਬਸਰਾ ਦੀਆਂ ਜਿਹੜਾ ਬਾਕੀ ਗਲਪ ਸੰਸਾਰ ਹੈ ਉਹਨਾਂ ਦਾ ਕਹਾਣੀ ਸੰਗ੍ਰਹਿ ਆਇਆ ਸੀ ਕਦਮ ਕਦਮ ਚੌਰਾਹੇ, ਔਰ ਉਹਦੇ ਤੋਂ ਬਾਅਦ ਵੀ ਉਹਨਾਂ ਦੀਆਂ ਕਹਾਣੀਆਂ ਆਈਆਂ ਨੇ। ਲੇਟੈਸਟ ਕਹਾਣੀ ਸੀ ਉਹ ਜਿਹੜੀ ਆਈ। ਤਾਂ ਦੋ ਕਹਾਣੀਕਾਰ ਪੰਜਾਬੀ ਦੇ ਮੇਰੇ ਜ਼ਿਹਨ 'ਚ ਉੱਭਰਦੇ ਨੇ ਬਿੰਦਰ ਹੋਰਾਂ ਦੀ ਕਹਾਣੀ ਨੂੰ ਸਮਝਦਿਆਂ। ਪਹਿਲਾ ਨਾਮ ਹੈ ਤਰਸੇਮ ਨੀਲਗਿਰੀ ਹੋਰਾਂ ਦਾ। ਗੰਗਾ ਚੋਂ ਨਿਕਲੇ ਹੱਥ, ਸੰਗਚੂਰ ਔਰ ਉਹਨਾਂ ਦੀਆਂ ਇਹ ਸਾਰੀਆਂ ਕਹਾਣੀਆਂ ਬਾਰੇ ਡਾਕਟਰ ਹਰਿਭਜਨ ਸਿੰਘ ਹੋਰਾਂ ਨੇ ਪਿਆਰ ਤੇ ਪਰਿਵਾਰ ਨਾਂ ਦੀ ਪੂਰੀ ਕਿਤਾਬ ਲਿਖੀ ਸੀ। ਜਿਸ ਤਰੀਕੇ ਨਾਲ ਉਹਨਾਂ ਨੇ ਪ੍ਰੇਮ ਪ੍ਰਕਾਸ਼ ਦੀ ਕਹਾਣੀ ਸ਼ਵੇਤਾਂਬਰ ਨੇ ਕਿਹਾ ਸੀ ਨੂੰ ਖੋਲਦਿਆਂ ਕਿਤਾਬ ਲਿਖੀ ਖਾਮੋਸ਼ੀ ਦਾ ਜਜ਼ੀਰਾ। ਔਰ ਮੈਂ ਦੇਖ ਰਿਹਾ ਕਿ ਤਰਸੇਮ ਨੀਲਗਿਰੀ ਸਾਡੇ ਸਮਾਜ ਸੱਭਿਆਚਾਰ ਦੇ ਵਿੱਚ ਜਿਹੜਾ ਇੱਕ ਪਿਤਰੀ ਦਾਬਾ ਹੈ ਜਾਂ ਇੱਕ ਜਿਹੜਾ ਕਲਚਰਲੀ ਜਿਹੜਾ ਔਰਤ ਦੇ ਡੋਮੀਨੇਸ਼ਨ ਹੈ ਆਈਡੀਓਲੋਜੀ ਦੀ, ਜਾਂ ਉਹਨੂੰ ਹੈਜਮੋਨਿਕ ਆਈਡੀਓਲੋਜੀ ਮੈਂ ਕਹਿ ਲਵਾਂ, ਤਾਂ ਉਹ ਕਿਤੇ ਗੁੱਝੀ ਜਿਹੜੀ ਮਾਰ ਹੈ ਉਹ ਸਾਡੇ ਰਿਸ਼ਤਿਆਂ ਨੂੰ, ਉਹ ਸਾਡੇ ਸੰਬੰਧਾਂ ਨੂੰ ਕਿਸ ਤਰੀਕੇ ਦੇ ਨਾਲ ਰੀਸ਼ੇਪ ਕਰਦੀ ਹੈ, ਕਿਸ ਤਰੀਕੇ ਪ੍ਰਭਾਵਿਤ ਕਰਦੀ ਹੈ, ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਕੁੰਠਾਵਾਂ 'ਚ ਜਿਉਂਦੇ ਆ, ਉਹ ਬੜੀ ਬਾਰੀਕੀ ਦੇ ਨਾਲ ਤਰਸੇਮ ਨੀਲਗਿਰੀ ਫੜਦਾ ਸੀ। ਔਰ ਦੂਸਰਾ ਨਾਮ ਫਿਰ ਉਹਨਾਂ ਤੋਂ ਬਾਅਦ ਦਾ ਹੈ ਸੁਖਮੰਤ ਕੌਰ ਮਾਨ ਹੋਰਾਂ ਦਾ, ਕਿਉਂਕਿ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੀ ਜਿਹੜੀ ਸੋਸ਼ੋ ਇਕਨੋਮਿਕ, ਸੋਸ਼ੋ ਪੋਲੀਟੀਕਲ, ਸੋਸ਼ੋ ਕਲਚਰਲ, ਈਵਨ ਸਾਈਕੋਲੋਜੀਕਲ ਟੁੱਟ ਭੱਜ ਹੈ ਜਿਹੜੀ ਉਧੇੜ ਬੁਣ ਹੈ। ਸੋ ਉਹ ਛੋਟੀ ਕਿਸਾਨੀ ਦੇ ਮਾਰਜਨਲਾਈਜ਼ਡ ਹੋ ਜਾਣ ਨੂੰ ਲੈ ਕੇ ਹੈ, ਜਾਂ ਜੋ ਵੀ ਸਾਡੇ ਸੱਭਿਆਚਾਰ ਦੇ ਵਿੱਚ ਇੱਕ ਖਾਸ ਕਿਸਮ ਦੀ ਤੜਵੈਲ, ਇੱਕ ਜਿਹੜੀ ਹੈ ਦਾਬੂ ਧਿਰ ਪੈਦਾ ਹੁੰਦੀ ਹੈ, ਉਹ ਕਿਵੇਂ ਪੋਲੀਟੀਕਲ ਸਾਰੇ ਸਮੀਕਰਨਾਂ ਨੂੰ ਤਬਦੀਲ ਕਰਦੀ ਹੈ। ਤਾਂ ਸੁਖਮੰਤ ਕੌਰ ਮਾਨ ਹੋਰਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਜ਼ਿਕਰਯੋਗ ਸੀਗੀਆਂ। ਉਸੇ ਪੀਰੀਅਡ ਦੇ ਵਿੱਚ ਥੋੜਾ ਜਿਹਾ ਹਟ ਕੇ ਮੈਨੂੰ ਲੱਗਦਾ 95 ਦੇ ਵਿੱਚ 90 ਤੋਂ ਸ਼ੁਰੂ ਹੋ ਕੇ ਬਿੰਦਰ ਬਸਰਾ ਫਿਰ ਕਹਾਣੀ ਦੇ ਖੇਤਰ ਵਿੱਚ ਆਉਂਦਾ। ਔਰ ਬਿੰਦਰ ਬਸਰਾ ਵੀ ਪੰਜਾਬ ਦੀ ਜਿਹੜੀ ਸੋਸ਼ੋ ਇਕਨੋਮਿਕ ਕੰਡੀਸ਼ਨਿੰਗ ਹਰੀ ਕ੍ਰਾਂਤੀ ਦੌਰਾਨ ਹੁੰਦੀ ਹੈ, ਜਿਹੜੇ ਬਦਲਾਅ ਆਉਂਦੇ ਨੇ, ਕਿਵੇਂ ਇੱਕ ਧਨੀ ਕਿਸਾਨੀ ਪੈਦਾ ਹੁੰਦੀ ਹੈ, ਉਹਦੇ ਨਾਲ ਕੁਝ ਧਿਰਾਂ ਮਾਰਜਨਲਾਈਜ਼ਡ ਹੁੰਦੀਆਂ ਨੇ। ਛੋਟੀ ਕਿਸਾਨੀ ਜਿਹੜੀ ਕਿਸ ਤਰੀਕੇ ਨਾਲ ਹੌਲੀ ਹੌਲੀ ਮਾਰਜਨਲਾਈਜ਼ਡ ਹੋ ਜਾਂਦੀ ਹੈ, ਕਿਸ ਤਰੀਕੇ ਦੇ ਨਾਲ ਸਾਡੇ ਕੁਝ ਐਸੇ ਸ਼ੁਰੂ ਹੋ ਜਾਂਦੇ ਨੇ ਕਲਚਰ ਸਾਡੇ ਵਿਆਹਾਂ ਦੇ ਸੰਬੰਧਾਂ ਦੇ ਵਿੱਚ। ਅਸੀਂ ਦੇਖਿਆ ਹੋਵੇਗਾ ਕਿ ਉਸ ਵੇਲੇ ਫਿਰ ਪੈਲਸ ਕਲਚਰ ਸ਼ੁਰੂ ਹੋ ਜਾਂਦੇ ਨੇ, ਫਿਰ ਹੋਟਲਾਂ ਦੇ ਕਲਚਰ ਸ਼ੁਰੂ ਹੋ ਜਾਂਦੇ ਨੇ, ਫਿਰ ਉਹ ਵੱਡੀਆਂ ਵੱਡੀਆਂ ਮਿਲਣੀਆਂ, ਫਿਰ ਜੀਪ ਕਲਚਰ, ਲੰਡੀ ਜੀਪ ਕਲਚਰ, ਸ਼ੂਜ਼ ਕਲਚਰ, ਫਿਰ ਇੱਕਦਮ ਫਿਰ ਉਹ ਖੁਸ਼ਹਾਲੀ ਵੱਲ ਨੂੰ ਜਾਂਦੇ ਆ ਤਾਂ ਕਿਚਨ ਕਲਚਰ, ਕਿਚਨ ਦੇ ਉੱਤੇ ਖਾਸਾ ਖਰਚੇ, ਬਾਥਰੂਮਾਂ ਦੇ ਉੱਤੇ। ਸੋ ਇੱਕ ਚੇਂਜ ਜਿਹੜੀ ਤੁਹਾਨੂੰ ਸਾਰੀ ਦੀ ਸਾਰੀ ਆਉਂਦੀ, ਉਹਦੇ ਨਾਲ ਇੱਕ ਸਮਾਜਿਕ ਚੇਂਜ ਵੀ ਦਿਖਾਈ ਦਿੰਦੀ ਹੈ। ਤੁਹਾਡੀ ਪੋਲਿਟਿਕਸ ਦੇ ਵਿੱਚ ਵੀ ਇੱਕ ਚੇਂਜ ਦਿਖਾਈ ਦਿੰਦੀ ਹੈ, ਸਾਡੀਆਂ ਧਾਰਮਿਕ ਸਥਾਨਾਂ ਤੇ ਵੀ ਇੱਕ ਚੇਂਜ ਦਿਖਾਈ ਦਿੰਦੀ ਹੈ। ਸੋ ਉਹ ਸਾਰੀ ਸੋਸ਼ੋ ਇਕਨੋਮਿਕ, ਸੋਸ਼ੋ ਪੋਲੀਟੀਕਲ, ਸੋਸ਼ੋ ਕਲਚਰਲ ਚੇਂਜ ਦੇ ਨੇ ਪੰਜਾਬੀ ਬੰਦੇ ਨੂੰ ਕਿਵੇਂ ਫਿਰ ਝੰਬਿਆ, ਜਾਂ ਕਿਵੇਂ ਫਿਰ ਉਹਦੇ ਤਰਾਂਟਾਂ ਪਈਆਂ, ਜਾਂ ਕਿਵੇਂ ਉਹਦੀ ਜਾਤ ਟੁੱਟੀ, ਜਮਾਤ ਟੁੱਟੀ,
ਔਰ ਉਹਨਾਂ ਸਾਰੀਆਂ ਨੂੰ ਬਿੰਦਰ ਬਸਰਾ ਤਣਾਅ ਮੁਕਤ ਕਹਾਣੀ ਹੋਵੇ ਉਹਦੀ, ਜਾਂ ਹੋਰ ਬਹੁਤ ਸਾਰੀਆਂ ਐਸੀਆਂ ਕਹਾਣੀਆਂ ਨੇ, ਉਹਦੀ ਤੈਅ ਕਹਾਣੀ ਹੈ ਜਾਂ ਉਹਦੀ ਕਹਾਣੀਆਂ ਐਸੀਆਂ ਕਹਾਣੀਆਂ, ਸੱਚ ਘਰ ਵੱਲ ਨੂੰ ਹੈ, ਠੁੰਮਣਾ ਕਹਾਣੀ, ਚਾਹੇ ਉਹ ਪ੍ਰੇਮ ਕਹਾਣੀ ਹੈ ਪਰ ਉਹਦੇ ਵਿੱਚ ਵੀ ਤੁਹਾਨੂੰ ਝੰਬਿਆ ਹੋਇਆ ਇਨਸਾਨ ਕਿਤੇ ਨਾ ਕਿਤੇ ਨਜ਼ਰ ਆ ਜਾਂਦਾ ਹੈ। ਸੋ ਕਦਮ ਕਦਮ ਚੌਰਾਹੇ ਦੀਆਂ ਬਹੁਤ ਸਾਰੀਆਂ ਕਹਾਣੀਆਂ ਤੁਸੀਂ ਪੰਜਾਬ ਦੇ ਉਹ ਹਰੀ ਕ੍ਰਾਂਤੀ ਤੋਂ ਬਾਅਦ ਦੇ ਪੋਸਟ ਗ੍ਰੀਨ ਰੈਵੋਲੂਸ਼ਨ ਦੇ ਝੰਬੇ ਹੋਏ ਬੰਦੇ ਦੇ ਦਰਦ ਨੂੰ ਜਿਹੜਾ ਮਹਿਸੂਸ ਕਰ ਸਕਦੇ ਹੋ। ਬਸਰਾ ਦੀ ਜਿਸ ਕਹਾਣੀ ਨੂੰ ਸਨਮਾਨਿਤ ਕੀਤਾ ਗਿਆ ਹੈ 2019 ਦੀ ਕਹਾਣੀ ਵਾਸਤੇ ਪੁਰਸਕ੍ਰਿਤ ਕੀਤਾ ਗਿਆ ਹੈ, ਕੱਲ ਵੀ ਆਉਣਾ ਹੈ, ਉਹ ਅੱਜ ਦੇ ਮਨੁੱਖ ਦੀ ਹੋਣੀ ਕਹਿ ਲਓ, ਉਹਦੇ ਜੀਵਨ ਦੇ ਵਿੱਚ ਜਿਸ ਤਰੀਕੇ ਦਾ ਇੱਕ ਉਹਦੀ ਹੋਂਦ ਹੀ ਗੁਆਚ ਗਈ, ਉਹਦੀ ਐਗਜ਼ਿਸਟੈਂਸ ਹੀ ਗੁਆਚ ਗਈ। ਉਹ ਬੰਦਾ ਵੀ ਹੈ, ਉਹ ਕਿਤੇ ਨਾ ਕਿਤੇ ਉਹ ਜਿਸ ਤਰੀਕੇ ਦੇ ਨਾਲ ਉਹ ਕਿਸੇ ਅਜੀਬ ਕਿਸਮ ਦੀ ਇੱਕ ਪਰਤ ਹੈ ਉਹਦੇ ਉੱਤੇ ਜਿਹੜੀ ਹੈ, ਔਰ ਉਸ ਪਰਤ ਦੇ ਹੇਠਾਂ ਜੋ ਅਗਨ ਹੈ ਉਸ ਨੂੰ ਬਿੰਦਰ ਬਸਰਾ ਨੇ ਇਹਨੇ ਮਾਰਮਿਕ ਤਰੀਕੇ ਦੇ ਨਾਲ ਫੜਿਆ। ਉਸ ਪਾਤਰ ਦੇ ਬਹਾਨੇ ਉਹਦੀਆਂ ਨਿੱਕੀਆਂ ਨਿੱਕੀਆਂ ਛੋਹਾਂ ਜਿਹੜੀਆਂ ਨੇ, ਮੰਨ ਲਓ ਜਿਵੇਂ ਜੀਵਨ ਜਿਉਣਾ ਚਾਹੁੰਦੀ ਹੈ ਤਾਂ ਉਹ ਡਾਰਕ ਹੋ ਗਈ ਲਿਪਸਟਿਕ ਨੂੰ ਜਿਸ ਵੇਲੇ ਉਹਨੇ ਹਲਕਿਆਂ ਕਰਨਾ ਹੈ ਤਾਂ ਕਿਵੇਂ ਰੁਮਾਲ ਨੂੰ ਆਪਣੇ ਲਿਪਸ ਦੇ ਵਿੱਚ ਉਹ ਘੁੱਟਦੀ ਹੈ, ਬੁੱਲਾਂ 'ਚ ਘੁੱਟਦੀ ਹੈ, ਤਾਂ ਉਹ ਉਸ ਇੰਨੇ ਬਾਰੀਕ ਅਹਿਸਾਸ ਨੂੰ ਵੀ ਬਿੰਦਰ ਉਸ ਪਾਤਰ ਦੇ ਰਾਹੀਂ ਫੜਦਾ ਹੈ। ਛੋਟੇ ਛੋਟੇ ਵੇਰਵੇ ਨੇ ਉਹਦੇ ਜੀਵਨ ਦੇ, ਉਸ ਦਿਹਾੜੀ ਦੇ ਜਿਹਦੇ ਵਿੱਚ ਉਹ ਜੀਣਾ ਚਾਹੁੰਦੀ ਹੈ ਪਰੰਤੂ ਉਹ ਮਸ਼ੀਨ ਬਣਾ ਦਿੱਤੀ ਗਈ ਹੈ। ਮੈਨੂੰ ਮਾਡਰਨ ਟਾਈਮ ਦਾ ਚਾਰਲੀ ਚੈਪਲਿਨ ਯਾਦ ਆਉਣ ਡਿਆ ਸੀ, ਮੈਨੂੰ ਚੀਖ ਕਰਾਈ ਨਾਂ ਦੀ ਉਹ ਪੇਂਟਿੰਗ ਯਾਦ ਆਉਣ ਡਈ ਸੀ, ਜਿਹੜਾ ਪੂਰਾ ਬ੍ਰਹਿਮੰਡ ਜਿਵੇਂ ਚੀਖ ਰਿਹਾ ਹੋਵੇ। ਔਰ ਮੈਨੂੰ ਮੰਟੋ ਹੋਰੀ ਯਾਦ ਆਉਣ ਡਿਆ ਸੀਗੇ ਕਿਵੇਂ ਉਹ ਛੋਟੇ ਛੋਟੇ ਵੇਰਵਿਆਂ ਦੇ ਨਾਲ, ਉਹਨਾਂ ਦਾ ਮੈਂ ਇੱਕ ਰੇਡੀਓ ਨਾਟਕ ਪੜ੍ਹ ਰਿਹਾ ਸੀ ਤੇ ਕਿਵੇਂ ਉਹ ਕਹਿੰਦੇ ਨੇ ਕਿ ਉਹਨੇ ਆਪਣੇ ਰੁਮਾਲ ਨਾਲ ਅੱਖ 'ਚ ਆਇਆ ਜਿਹੜਾ ਹੰਝੂ ਸੀ ਉਹ ਸੋਖ ਲਿਆ, ਯਾਨੀ ਪੂੰਝਣਾ ਤੇ ਸੋਖਣਾ। ਉਹ ਇੰਨੀ ਬਾਰੀਕੀ ਦੇ ਨਾਲ ਦੇਖਦਾ ਸੀ। ਔਰ ਬਿੰਦਰ ਵੀ ਇਸ ਤਰੀਕੇ ਦੇ ਨਾਲ ਇਸ ਕਹਾਣੀ ਦੇ ਵਿੱਚ ਉਹਨੇ ਬੜੀ ਬਾਰੀਕੀ ਦੇ ਨਾਲ ਉਸ ਕਰੈਕਟਰ ਨੂੰ ਚਿਤਰਿਆ। ਔਰ ਆਖਰੀ ਬਾਤ ਤੇ ਜਿਸ ਵੇਲੇ ਉਹ ਕਹਿੰਦੀ ਹੈ ਕਿ ਕੱਲ ਫੇਰ ਆਉਣਾ, ਯਾਨੀ ਉਸੇ ਹੀ ਲਾਈਫ ਨੂੰ ਸਤਿਗੁਰ ਫਰੀਦ ਹੋਰਾਂ ਦਾ ਮੈਨੂੰ ਸ਼ਲੋਕ ਯਾਦ ਆ ਰਿਹਾ ਸੀਗਾ ਕਿ ਫਰੀਦਾ ਕੁਝ ਨਾ ਬੁੱਝੈ ਕੁਝ ਨਾ ਸਿੱਝੈ ਦੁਨੀਆ ਗੁੱਝੀ ਪਾਹੇ ਸਾਈਂ ਮੇਰੇ ਚੰਗਾ ਕੀਤਾ ਨਹੀਂ ਤਾਂ ਹਮ ਵੀ ਤੰਜਾ ਆਏ। ਸੋ ਉਹ ਜਿਹੜੀ ਗੁੱਝੀ ਅਗਨ ਦੇ ਵਿੱਚ ਮਚ ਰਿਹਾ ਹੈ ਬੰਦਾ, ਉਸ ਅਗਨ ਦੀ ਵਿਅੰਗਾਤਮਕ ਤਰੀਕੇ ਦੇ ਨਾਲ ਪੇਸ਼ਕਾਰੀ ਜਿਹੜੀ ਆ, ਔਰ ਉਹਦੀ ਕਿਆ ਭਾਸ਼ਾ ਹੈ, ਕਿਆ ਲੈਂਗੁਏਜ ਤੇ ਕਮਾਂਡ ਹੈ, ਔਰ ਕਿਆ ਗਲਪੀ ਅੰਸ਼ ਨੇ ਉਸ ਕਹਾਣੀ ਦੇ ਵਿੱਚ। ਸੋ ਇੱਕ ਪਰਪੱਕ ਕਹਾਣੀ ਦੇ ਨਾਲ ਬਿੰਦਰ ਬਸਰਾ ਨੇ ਆਪਣੀ ਹਾਜ਼ਰੀ ਲਵਾਈ ਔਰ ਜਿਊਰੀ ਨੇ ਇਸ ਕਹਾਣੀ ਨੂੰ ਚੁਣ ਕੇ, ਮੈਨੂੰ ਲੱਗਦਾ ਉਹ ਵਧਾਈ ਦੇ ਹੱਕਦਾਰ ਨੇ ਕਿ ਇਸ ਕਹਾਣੀ ਨੂੰ ਬੀਬੀ ਉਰਮਿਲਾ ਆਨੰਦ ਜਿਹੜਾ ਹੈ ਉਹ ਪੁਰਸਕਾਰ ਦਿੱਤਾ ਗਿਆ। ਪੁਰਸਕਾਰਾਂ ਦੀ ਰਾਜਨੀਤੀ ਤੇ ਗੱਲ ਕਰਨ ਦੀ ਜਗ੍ਹਾ ਜੇ ਕਿਹਾ ਜਾਵੇ ਜਾਂ ਉਹਦੇ ਨਾਲ ਨਾਲ ਕਹਿ ਲਿਆ ਜਾਵੇ ਕਿ ਅਸੀਂ ਦੇਖਦੇ ਹਾਂ ਕਿ ਪੰਜਾਬੀ ਕਹਾਣੀ ਜਾਂ ਈਵਨ ਗਲਪ ਦੇ ਖੇਤਰ ਦੇ ਵਿੱਚ ਜਿਹੜੀ ਸਾਡੀ ਆਲੋਚਨਾ ਹੋਈ ਹੈ ਜਾਂ ਜਿਹੜੇ ਵਿਦਵਾਨਾਂ ਨੇ ਇਹਨਾਂ ਕਹਾਣੀਆਂ ਨੂੰ ਖੋਲ ਕੇ ਪਾਠਕਾਂ ਤੱਕ ਲੈ ਕੇ ਜਾਣਾ ਸੀ, ਉਹਨਾਂ ਦੇ ਬਾਰੇ ਚ ਦੱਸਣਾ ਸੀ ਕਿ ਕਿਹੜਾ ਕਹਾਣੀਕਾਰ ਕਿੱਥੇ ਕੀ ਕਰ ਰਿਹਾ ਹੈ, ਕਿਵੇਂ ਪੰਜਾਬੀ ਕਹਾਣੀ ਨੂੰ ਤੁਸੀਂ ਵਾਰਮੇਚ ਦੀ ਕਹਿੰਦੇ ਰਹੇ, ਵਿਸ਼ਵ ਦੀ ਕਹਾਣੀ ਦੇ ਨਾਲ ਪੰਜਾਬੀ ਕਹਾਣੀ ਵਾਰਮੇਚ ਦੀ ਹੈ। ਤਾਂ ਮੈਂ ਕਹਿੰਦਾ ਕਿ ਪਰ ਇੱਕ ਜਿਹੜੀ ਕੌਨਸਪੀਰੇਸੀ ਹੋਈ ਉਹ ਪੁਰਸਕਾਰਾਂ ਦੇ ਮਾਮਲੇ ਦੇ ਵਿੱਚ ਵੀ ਹੋਈ ਔਰ ਜਿਹੜੇ ਵੀ ਦਿੱਤੇ ਜਾਂਦੇ ਸੀਗੇ ਬਹੁਤ ਸਾਰਿਆਂ ਦੇ ਸਵਾਲੀਆ ਨਿਸ਼ਾਨ ਲੱਗ ਜਾਂਦੇ ਆ। ਮੇ ਵੀ ਅਸੀਂ ਵੀ ਇਨਵੋਲਵ ਹੋਈਏ ਉਹਦੇ ਵਿੱਚ, ਕਿਤੇ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਸਾਰੀ ਸਿਆਸਤ ਦੇ ਵਿੱਚ। ਤਾਂ ਕਿਉਂਕਿ ਬਿੰਦਰ ਬਸਰਾ ਨੂੰ ਹੁਣ ਕਹਾਣੀ ਦਾ ਅਵਾਰਡ ਮਿਲਿਆ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਇੱਕਦਮ ਆ ਗਿਆ ਕਿ ਇੰਨੀ ਦੇਰ ਦਾ ਐਡਾ ਵਧੀਆ ਕਹਾਣੀਕਾਰ ਅਣਗੌਲਿਆ ਕਿਵੇਂ ਰਹਿ ਗਿਆ ਜਾਂ ਜੁਗਾੜ ਤੋਂ ਰਹਿਤ ਹੋਣ ਕਰਕੇ ਹੀ ਅਣਗੌਲਿਆ ਰਹਿ ਗਿਆ। ਸੋਸ਼ਲ ਮੀਡੀਆ ਤੇ ਬੜਾ ਪ੍ਰਚਾਰ ਕੀਤਾ ਗਿਆ ਬਿੰਦਰ ਬਸਰਾ ਹੋਰਾਂ ਨੂੰ ਦੀ ਸ਼ਖਸੀਅਤ ਨੂੰ ਲੈ ਕੇ, ਇੱਕ ਦਿਆਨਤਦਾਰ ਆਦਮੀ ਦੀ ਸ਼ਖਸੀਅਤ ਨੂੰ ਲੈ ਕੇ ਔਰ ਵਧੀਆ ਕਹਾਣੀਕਾਰ ਨੂੰ ਲੈ ਕੇ। ਤਾਂ ਮੈਂ ਦੇਖਦਾ ਕਿ ਕੱਲਾ ਬਿੰਦਰ ਬਸਰਾ ਹੀ ਨਹੀਂ, ਦਲਵੀਰ ਚੇਤਨ ਹੋਰਾਂ ਨਾਲ ਕੀ ਕੀਤਾ ਤੁਸੀਂ ਭਾਈ, ਐਡਾ ਵਧੀਆ ਕਹਾਣੀਕਾਰ ਸਾਡਾ, ਇੰਨੀਆਂ ਸਸ਼ਕਤ ਕਹਾਣੀਆਂ
ਦੇ ਕੇ ਗਿਆ। ਔਰ ਕਿਰਪਾਲ ਖਜ਼ਾਕ ਹੋਰੀ ਕਿੱਡੇ ਵੱਡੇ ਕਹਾਣੀਕਾਰ ਨੇ। ਮੈਂ ਮਤਲਬ ਤੁਸੀਂ ਨਛੱਤਰ ਹੋਰਾਂ ਨੂੰ ਕਿੱਥੇ ਰੱਖੋਗੇ, ਤੁਸੀਂ ਜਸਵੀਰ ਭੁੱਲਰ ਹੋਰਾਂ ਨੂੰ ਕਿੱਥੇ ਰੱਖੋਗੇ। ਸੁਖਵੰਤ ਕੌਰ ਮਾਨ ਦਾ ਨਾਮ ਲਿਆ ਹੈ, ਤਰਸੇਮ ਨੀਲਗਿਰੀ ਦਾ ਨਾਮ ਲਿਆ ਹੈ, ਜਸਵੀਰ ਢੰਡ ਹੋਰਾਂ ਨੂੰ ਬਹੁਤ ਸੈਲੀਬ੍ਰੇਟ ਕੀਤਾ ਗਿਆ, ਉਹਨਾਂ ਦੀ ਕਹਾਣੀ ਤੇ ਖਾਸਾ ਚਰਚਾ ਹੋ ਗਈ। ਪਰ ਉਸ ਤਰੀਕੇ ਦੇ ਨਾਲ ਜੇ ਕੋਈ ਕੰਪੈਰੀਜ਼ਨ ਚ ਪੈਣਾ ਸੀ है ना, तो इसी तरह बहुत सारे ऐसे नाम गिनाए जा सकते आ जिन्हों इस सारे पिछले मतलब मैं 3 दहाकियां तो देख रहा कि एक छुटपुट तरीके दे नाल तां मतलब कीता जांदा रहा, डिस्कस कीता जांदा रहा, रिव्यू वांग कीता जांदा रहा, पर समुचे रूप दे विच कुछ एक खास किस्म दी साजिश के तहत, एक खास किस्म की कॉन्स्पिरेसी के तहत, और कुछ लोगों ने ग्रुप बना के और मतलब दूसरे नूं छटियाउण दा ते किसी होर नूं वडियाउण दा बहुत सारा काम तुहानूं पंजाबी दे विच इस तरीके दा जिहड़ा जिहड़ा जिन्हों मैं कोई बहुता सकारात्मक नहीं मनदा वो तो नजर आ जाएगा। पर किसी ने कोई गंभीर किस्म की चर्चा छेड़ी होवे, पर उत्थे मैं बीजनाश भी नहीं हुंदा है। मैं डॉक्टर जोगिंदर राही होरां नूं जरूर याद करना चाहुंदा हां, जिन्हां ने कुछ चोणवीआं कहाणियां नूं लैके उन्हां दी पढ़त दी, जिवें डॉक्टर हरिभजन सिंह होरां ने कदे कारज कीता सीगा, उन्हां दी पढ़त नूं लैके, उन्हां दे पाठ पठन नूं लैके, उन्हां दे विच जिहड़ा कुछ अणकिहा रह गया सीगा, उन्हां दे जो दा दबंध सी, पात्रां दा दबंध सी, लेखक दा सी, ਉਹ ਜਿਵੇਂ ਸੁਸਾਇਟੀ ਨੂੰ ਦੇਖ ਰਿਹਾ ਸੀ, ਸੁਸਾਇਟੀ ਨਾਲ ਕੋਰਿਲੇਟ ਕਰ ਰਿਹਾ ਸੀ, ਉਹ ਦਰਸ਼ਨ ਨਾਲ ਕੋਰਿਲੇਟ, ਫਿਲਾਸਫੀ ਨਾਲ ਕੋਰਿਲੇਟ ਕਰ ਰਿਹਾ ਸੀ। ਤਾਂ ਉਹਨਾਂ ਕਹਾਣੀਆਂ ਨੂੰ ਜੋਗਿੰਦਰ ਰਾਹੀ ਹੋਰਾਂ ਨੇ ਖੋਲਿਆ। ਬਿੰਦਰ ਬਸਰਾ ਹੋਰਾਂ ਦੀ ਕਹਾਣੀ ਨੂੰ ਪੁਰਸਕਾਰ ਮਿਲਣ ਦੇ ਉੱਤੇ ਉਹ ਸਾਰੀਆਂ ਗੱਠਾਂ, ਉਹ ਸਾਰੀਆਂ ਕੁੰਠਾਵਾਂ, ਉਹ ਸਾਰੀਆਂ ਕੌਨਸਪੀਰੇਸੀਜ਼ ਦੇ ਉੱਤੇ ਵੀ ਮੈਨੂੰ ਲੱਗਦਾ ਇੱਕ ਪਿਛਲ ਲਿਸ਼ਕੋਰ ਜਿਹੜੀ ਆ ਸਾਨੂੰ ਮਾਰਨੀ ਚਾਹੀਦੀ ਹੈ। ਔਰ ਅਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇੱਕ ਇਮਾਨਦਾਰੀ ਦੇ ਨਾਲ, ਦਿਆਨਤਦਾਰੀ ਦੇ ਨਾਲ ਜੇ ਅਸੀਂ ਕਹਾਣੀਕਾਰਾਂ ਨੂੰ, ਉਹਨਾਂ ਦੀਆਂ ਕਹਾਣੀਆਂ ਨੂੰ, ਫਿਕਸ਼ਨ ਨੂੰ, ਪੰਜਾਬੀ ਫਿਕਸ਼ਨ ਨੂੰ ਬਹੁਤ ਸਸ਼ਕਤ ਲਿਖਿਆ ਜਾ ਰਿਹਾ ਹੈ। ਸੁਖਜੀਤ ਬਹੁਤ ਵਧੀਆ ਕਹਾਣੀ ਲਿਖ ਰਿਹਾ, ਅਜਮੇਰ ਸਿੱਧੂ ਬਹੁਤ ਵਧੀਆ ਕਹਾਣੀ ਲਿਖ ਰਿਹਾ, ਭਗਵੰਤ ਰਸੂਲਪੁਰੀ ਲਿਖ ਰਿਹਾ, ਸਰਗੀ ਲਿਖ ਰਹੀ ਹੈ, ਤ੍ਰਿਪਤਾ ਕੇ ਸਿੰਘ, ਦੀਪਤੀ ਬਬੂਤਾ, ਗੁਰਮੀਤ ਘੜਿਆਲ ਵੀ। ਤੁਹਾਡੇ ਕੋਲ ਅਨੇਕਾਂ ਐਸੇ ਨਾਮ ਨੇ, ਜਤਿੰਦਰ ਹਾਂਸ ਹੈ, ਜਸਵੀਰ ਰਾਣਾ ਹੈ, और कुलवंत गिल है। तो साडे कोल बहुत ऐसे नाम ने जिन्हां नामां दे उत्ते जिहड़ी है वो चर्चा होनी चाहिए है, जिन्हां दीयां कहाणियां दे उत्ते चर्चा होनी चाहिए है, जिहड़ी होई नहीं। ਬਿੰਦਰ ਬਸਰਾ ਸਾਡਾ ਬਹੁਤ ਹੀ ਗੂੜਾ ਮਿੱਤਰ ਹੈ। ਅਸੀਂ ਤਕਰੀਬਨ 3 ਦਹਾਕਿਆਂ ਤੋਂ ਵੱਧ ਸਮੇਂ ਵਿੱਚ ਇੱਕ ਦੂਜੇ ਨੂੰ ਮਿਲਦੇ ਆ ਰਹੇ ਹਾਂ, ਜਾਣਦੇ ਹਾਂ, ਅਤੇ ਨਾਲ ਸਾਹਿਤ ਦੇ ਮਸਲੇ, ਕਹਾਣੀ ਬਾਰੇ ਸਮੇਂ-ਸਮੇਂ ਗੱਲਾਂ ਕਰਦੇ ਆ ਰਹੇ ਹਾਂ। ਬਿੰਦਰ ਬਸਰੇ ਵਿੱਚ ਇੱਕ ਬਹੁਤ ਹੀ ਖੂਬੀ ਇਹ ਹੈ ਕਿ ਉਹਦੇ ਕੋਲ ਕਹਾਣੀ ਨੂੰ ਪੜ੍ਹਨ ਦੀ ਬਹੁਤ ਬਰੀਕ ਅੱਖ ਹੈ। ਜਦੋਂ ਵੀ ਅਸੀਂ ਕੋਈ ਕਹਾਣੀ ਜਾਂ ਮੈਂ ਕੋਈ ਕਹਾਣੀ ਲਿਖਦਾ ਤੇ ਬਿੰਦਰ ਬਸਰੇ ਨੂੰ ਪੜ੍ਹਾਉਣਾ ਅਤੇ ਉਹ ਕਹਾਣੀ ਬਾਰੇ, ਕਹਾਣੀ ਦੀਆਂ ਕੁਝ ਕਮਜ਼ੋਰੀਆਂ ਬਾਰੇ ਆਪਣੀਆਂ ਬੇਵਾਕ ਟਿੱਪਣੀਆਂ ਕਰਦਾ ਅਤੇ ਉਸ ਦੀਆਂ ਟਿੱਪਣੀਆਂ, ਉਸ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖ ਕੇ ਮੈਂ ਕਹਾਣੀ ਦੀ ਸੋਧ ਕਰਦਾ ਰਹਿੰਦਾ। ਬਿੰਦਰ ਬਸਰੇ ਦੀਆਂ ਕਹਾਣੀਆਂ ਦੇ ਜਿਹੜੇ ਸਿਰਲੇਖ ਆ, ਜੋ ਕਿਤਾਬ ਵਿੱਚ ਉਸ ਦੀਆਂ ਕਹਾਣੀਆਂ ਸ਼ਾਮਲ ਹਨ, ਉਹ ਇੱਕ ਸ਼ਬਦ ਦੇ ਸਿਰਲੇਖ ਰੱਖਦਾ ਹੈ। ਇਹ ਇੱਕ ਸ਼ਬਦ ਦੇ ਸਿਰਲੇਖ ਰੱਖਦਿਆਂ ਉਹ ਪਾਠਕ ਦੇ ਮਨ ਵਿੱਚ ਉਤਸੁਕਤਾ ਪੈਦਾ ਕਰਦਾ ਹੈ ਕਿ ਉਹ ਉਹਨਾਂ ਕਹਾਣੀਆਂ ਨੂੰ ਪੜ੍ਹੇ। ਜਿਵੇਂ ਕਿ ਉਹਦੇ ਜਿਹੜੇ ਸਿਰਲੇਖ ਹੈ, ਸਵਾਰ ਨੇ, ਅੜਾਉਣੀ, ਠੁੰਮਣਾ, ਭਸੂੜੀ, ਤੈਅ, ਤੋੜ ਅਤੇ ਬਾਉਣਾ, ਇਹੋ ਜਿਹੇ ਸਿਰਲੇਖ ਉਹ ਕਹਾਣੀਆਂ ਦੇ ਰੱਖਦਾ ਹੈ ਅਤੇ ਉਹ ਪਾਠਕ ਨੂੰ ਪੜ੍ਹਨ ਦੀ ਉਤਸੁਕਤਾ ਪੈਦਾ ਕਰਦਾ ਹੈ। ਬਿੰਦਰ ਬਸਰੇ ਨੇ ਕਹਾਣੀ ਦੇ ਨਾਲ ਨੈਸ਼ਨਲ ਬੁੱਕ ਟਰੱਸਟ ਇੰਡੀਆ ਲਈ ਕੁਝ ਕਿਤਾਬਾਂ ਦਾ ਅਨੁਵਾਦ ਵੀ ਕੀਤਾ। ਭਾਵੇਂ ਕਿ
ਉਸ ਨੂੰ ਇੱਕ ਅਨੁਵਾਦਕ ਦੇ ਤੌਰ ਤੇ ਬਹੁਤ ਘੱਟ ਲੋਕ ਜਾਣਦੇ ਨੇ, ਪਰ ਉਸਨੇ ਜੋ ਕਹਾਣੀਆਂ ਦੇ ਜਿਨ੍ਹਾਂ ਕਿਤਾਬਾਂ ਦੇ ਅਨੁਵਾਦ ਕੀਤੇ ਉਹ ਬਹੁਤ ਹੀ ਅਹਿਮ ਕਿਤਾਬਾਂ ਨੇ। ਜਿਵੇਂ ਕਿ ਉਸਨੇ ਪ੍ਰੇਮ ਚੰਦ ਦੀਆਂ 13 ਬਾਲ ਕਹਾਣੀਆਂ ਦਾ ਅਨੁਵਾਦ ਕੀਤਾ, ਇੱਕ ਕਿਤਾਬ ਸਨਮਾਨਜਨਕ ਵਿਕਾਸ ਜੋ ਅਰਥ ਸ਼ਾਸਤਰ ਨਾਲ ਸੰਬੰਧਿਤ ਹੈ ਉਸ ਦਾ ਅਨੁਵਾਦ ਕੀਤਾ। ਫਿਰ ਉਸਨੇ ਕਾਲਾ ਪਾਣੀ ਅੰਡੇਮਾਨ ਦੀ ਦੰਡੀ ਬਸਤੀ, ਕਾਲੇ ਪਾਣੀ ਦੇ ਇਤਿਹਾਸ ਨੂੰ ਪੇਸ਼ ਕਰਦੀ ਹੈ ਕਿਤਾਬ ਆ, ਉਸ ਦਾ ਅਨੁਵਾਦ ਕੀਤਾ। ਇਸ ਤੋਂ ਇਲਾਵਾ ਉਸਨੇ ਇੱਕ ਖਿਡਾਰੀਆਂ ਦੀ ਕਿਤਾਬ ਜਿਹੜੀ ਹੈ, ਖਿਡਾਰੀਆਂ ਦੀ ਬਾਇਓਗ੍ਰਾਫੀ ਪੇਸ਼ ਕਰਨ ਵਾਲੀ ਕਿਤਾਬ ਆ, ਆਲਰਾਊਂਡਰ ਦਾ ਵੀ ਅਨੁਵਾਦ ਕੀਤਾ। ਇਸ ਦੇ ਨਾਲ ਨਾਲ ਉਸਨੇ ਇੱਕ ਝਾਂਸੀ ਦੀ ਰਾਣੀ ਲక్ష్ਮੀ ਬਾਈ ਕਿਤਾਬ ਦਾ ਅਨੁਵਾਦ ਕੀਤਾ। ਤੇ ਅਸੀਂ ਕਹਿ ਸਕਦੇ ਹਾਂ ਕਿ ਬਿੰਦਰ ਬਸਰੇ ਨੇ ਕਹਾਣੀ ਦੇ ਨਾਲ ਨਾਲ ਅਨੁਵਾਦ ਕਾਰਜ ਵੀ ਕੀਤਾ।